सेवा करा के वो माड़े कर्मां तो बचाउंदे ने, पापां तो बचाउंदे ने। अजीब अंमृत वेले उठ्या कर, अंमृत वेले उठ के केशी स्नान, केशी स्नान करके गुरु घर जाया कर। गुरु घर जाके उत्थे सेवा ते सिमरन दोने मिलते हैं। एक गुरु नानक का घर है ये, गुरु नानक का ही घर है जिथे दोए चीज़ां एक जगह ते मिलदियां ने। किहड़ियां? सेवा ते सिमरन। जदों मात लोक दे विच आके महापुरुष वो फिर जीव नूं गुरु वाला बना के परमेश्वर के नाम के नाल जोड़ते हैं। परमेश्वर के नाल जोड़ के माड़े कम्मां तो आके चंगे कम्मां वल लाउंदे ने, पापां तो हटा के पुन्न कराउंदे ने, निंदा चुगली तो करा के उस दा करन लाउंदे ने। ये फिर इत्थे जिहड़े हुण दे इस टाइम वर्तमान स्थिति दे ने, वो जिहड़े पाप कर्म ने उहदे साफ हुंदे ने, नाल दी नाल साफ हो जाते हैं। उस तो उपरंत जदों साधु संत महात्मा कोई सेवा वधाउंदे ने, किसी दा सिमरन वधाउंदे ने, ਉਹਦੇ ਨਾਲ ਦੀ ਨਾਲ ਜਿਹੜੇ ਪਿਛਲੇ ਜਨਮ ਦੇ ਮਾੜੇ ਕਰਮ ਕਰੇ ਹੁੰਦੇ ਨੇ ਉਹਨਾਂ ਨੂੰ ਵੀ ਸਾਫ਼ ਕਰਦੇ ਨੇ, ਨਾਲੇ ਵਰਤਮਾਨ ਸਥਿਤੀ ਦੇ ਨਾਲੇ ਭੂਤਕਾਲ ਦੇ। ਇਹਨਾਂ ਨੂੰ साफ करन दी शुद्ध करन दी इको एक ड्यूटी गुरु नानक नाम लेवा संतां दी लाई हुई है। भी इस कलयुग तो बचाव के वास्ते थोड़े मात लोक दे विच जाके जीवां नूं वाहिगुरू सिमरन दे नाल जोड़ना। वाहिगुरू सिमरन दे नाल जुड़ के वाहिगुरू सिमरन दे नाल लगना करके और फिर सारे ही माड़े कर्म साफ हो जाते हैं, चंगे कर्म शुरू हो जाते हैं। चंगे कर्मां की की निशानी है ना, फिर वो फिर रब दे प्यारे लाल रंग चाढ़ते हैं। कादा चाढ़ते हैं लाल रंग? कोई पानी की दुकान चो लैके नहीं दिंदे हैं ना, कोई लड़ाई कोल नहीं मिलता है रंग। यह रंग सेवा ते सिमरन करा के संत महात्मा फिर उस माई भाई नूं, उस गुरमुख नूं
ਉਹ ਨਾਮ ਦਾ ਲਾਲ ਰੰਗ ਚਾੜ ਦਿੰਦੇ ਨੇ। ਉਹਦੇ ਮਾੜੇ ਭਾਗ ਤੋਂ ਚੰਗੇ ਭਾਗ ਹੋ ਜਾਂਦੇ ਨੇ ਸੰਗ ਚਾ ਕੇ, ਸੇਵਾ ਚਾ ਕੇ। ਉਹਦੇ ਬਾਰੇ ਮਹਾਰਾਜ ਦੀ ਬਾਣੀ ਵਿੱਚੋਂ ਲਿਖਿਆ ਹੈ, ਜੇ ਜਨ ਕੋ ਲਾਲ ਰੰਗ ਲਾਗਾ, ਮੈਲਾ ਕਦੇ ਨਾ ਹੋਵੀ ਨਾ ਲੱਗੇ ਦਾਗਾ। ਉਹ ਜਿਹੜਾ ਫਿਰ ਲਾਲ ਰੰਗ ਚੜ੍ਹਦਾ ਨਾ, ਰੂਹਾਨੀ ਸੰਤ ਰੂਪੀ ਲਲਾਰੀ, ਮਹਾਂਪੁਰਸ਼ ਰੂਪੀ ਲਲਾਰੀ ਰੰਗਦੇ ਨੇ। ਉਹਦੇ ਬਾਰੇ ਗੁਰਬਾਣੀ ਕਹਿੰਦੀ ਹੈ, ਅਸੀਂ ਨਹੀਂ ਕਹਿੰਦੇ। ਨਾ ਸ਼ੰਕਾ ਹੋ ਜਾਂਦਾ ਕਈਆਂ ਨੂੰ, ਸੰਤ ਜੀ ਐਵੇਂ ਕਰੀ ਜਾਂਦੇ ਨੇ ਆਪਣੇ ਕੋਲ ਲਾ ਕੇ। ਨਹੀਂ, ਅਸੀਂ ਨਹੀਂ ਕਹਿੰਦੇ, ਬਾਣੀ ਕਹਿੰਦੀ ਆ, ਜਿਹਨੂੰ ਗੁਰੂ ਮੰਨਦੇ ਹੋ। ਗ੍ਰੰਥ ਸਾਹਿਬ ਕਹਿੰਦਾ, ਜਿਹਨੂੰ ਹਾਜ਼ਰ ਮੰਨਦੇ ਹੋ। ਕੀ ਕਹਿੰਦਾ? ਇਸ ਤਰ੍ਹਾਂ ਪੜ੍ਹੋ ਕੀ ਕਹਿੰਦਾ। ਭਾਗਾਂ ਵਾਲਿਆਂ ਨੂੰ ਲਾਲ ਰੰਗ ਚੜ੍ਹਦਾ, ਲਾਲ ਰੰਗ ਚੜ੍ਹਦਾ। ਭਾਗਾਂ ਵਾਲਿਆਂ ਨੂੰ ਲਾਲ ਰੰਗ ਚੜ੍ਹਦਾ, ਲਾਲ ਰੰਗ ਚੜ੍ਹਦਾ।
ਮਾੜੇ ਭਾਗ ਚੰਗੇ ਭਾਗ ਕਰ ਦਿੰਦੇ ਨੇ ਸਾਧੂ। ਪੁੱਠੀਆਂ ਰੇਖਾ ਨੂੰ ਸਿੱਧੀਆਂ ਕਰ ਦਿੰਦੇ ਨੇ ਸਾਧੂ। ਜਿਹੜੇ ਮੱਥੇ ਦੇ ਮਾੜੀਆਂ ਰੇਖਾ ਲਿਖੀਆਂ ਹੁੰਦੀਆਂ ਨੇ ਨਾ, ਸ਼ਕਤੀ ਹੈ ਨਾਮ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਪਿਆਰਿਆਂ ਵਿੱਚ ਸ਼ਕਤੀ ਹੈ। ਮਹਾਂਪੁਰਸ਼ ਕਹਿੰਦੇ ਹੁੰਦੇ ਨੇ, ਕਹਿੰਦੇ ਜੇ ਮੈਲਾ ਕੱਪੜਾ ਲਾਲੀ ਕੋਲ ਲੈ ਜਾਓ ਨਾ, ਉਹ ਕਦੇ ਰੰਗ ਨੂੰ ਫੜਦਾ ਨਹੀਂ ਹੈ। ਕਹਿੰਦਾ ਨਹੀਂ ਬਈ ਇਹਨੂੰ ਧੋ ਕੇ ਲਿਆਓ, ਸਾਫ਼ ਕਰੋ। ਜਿਹੜੇ ਨਹੀਂ ਧੋਂਦੇ ਉਹਨੂੰ ਫਿਰ ਲਾਲੀ ਆਪ ਵੀ ਸੋਡਾ ਪਾ ਕੇ, ਕਾਸ਼ਟ ਪਾ ਕੇ ਨਾ ਉਹਨੂੰ ਧੋ ਕੇ ਚਿੱਟਾ ਰੰਗ ਕਰ ਲੈਂਦਾ ਹੈ ਵਸਤਰ ਦਾ। ਚਿੱਟੇ ਵਸਤਰ ਨੂੰ ਫਿਰ ਰੰਗ ਚੜ੍ਹਨ ਨੂੰ ਇੱਕ ਛਿਲਣੀ ਲੱਗਦੀ ਹੈ, ਇੱਕ ਛਿਲ। ਉਹ ਜਿਹੜਾ ਰੰਗ ਆ ਵਸਤਰ ਦਾ, ਮੰਨ ਲਓ ਆਪਣਾ ਤਾਂ 7-6 ਮਹੀਨੇ ਦਾ ਮੈਲਾ ਹੋਊਗਾ, ਵੱਧ ਤੋਂ ਵੱਧ 2 ਸਾਲ ਵਸਤਰ ਲੈ ਨੂੰ ਹੋ ਗਏ ਹੋਣਗੇ, ਫਿਰ ਮੈਲਾ ਹੋ ਜਾਂਦਾ ਹੋਊਗਾ ਤੇਰਾ ਵੀ ਮੈਲਾ। ਪਰ ਜਿਹੜਾ ਅੰਦਰਲਾ ਵਸਤਰ, ਉਹਦੇ ਬਾਰੇ ਬਾਣੀ ਕਹਿੰਦੀ ਹੈ, ਜਨਮ ਜਨਮ ਕੀ ਮੈਲ ਲੱਗੀ ਮਨ ਕਾਲਾ ਹੁਆ ਸਵਾਹ। ਉਹ ਤਾਂ ਜਨਮਾਂ ਜਨਮਾਂ ਦੀ ਮੈਲ ਦੇ ਨਾਲ ਐਂ ਲਵੇੜੀ ਫਿਰਦੇ ਆ, ਰੰਗ ਕਾਲਾ ਸਾਹ ਹੋਇਆ ਪਿਆ ਜਮੇ। ਉਹਨੂੰ ਫਿਰ ਸਾਧੂ ਸੰਤ ਮਹਾਤਮਾ ਦੇ ਕੋਲ ਜਦੋਂ ਵਸਤਰ ਆਉਂਦਾ ਨਾ, ਉਹਨੂੰ ਫਿਰ ਉਹ ਧੋਦਾ ਹੈ, ਧੁਆਉਂਦਾ। ਕਿਵੇਂ? ਨਾਮ ਜਪ ਕੇ। ਨਾਮ ਜਪਣਾ ਪਊਗਾ। ਨਾਮ ਜਪ ਤੋਂ ਬਗੈਰ ਉਹ ਜਿਹੜਾ ਵਸਤਰ ਆ ਉਹ ਕਦੇ ਵੀ ਸਫੈਦ ਹੋ ਹੀ ਨਹੀਂ ਸਕਦਾ। ਜੋ ਲਾਲ ਦਿਨ ਲਾਓ ਨਹੀਂ ਹੋ ਸਕਦਾ। ਉਹਦੇ ਬਾਰੇ ਫਿਰ ਸੰਤ ਰੱਬ ਦੇ ਪਿਆਰੇ ਉਹਨੂੰ ਧੋਣ ਦੇ ਵਾਸਤੇ ਕਦੇ ਬਰਤਨਾਂ ਦੀ ਸੇਵਾ, ਕਦੇ ਲੰਗਰ ਦੀ ਸੇਵਾ, ਕਦੇ ਪਸ਼ੂਆਂ ਦੀ ਸੇਵਾ, ਔਰ ਕਦੇ ਗੋਹਾ ਕੂੜਾ ਚੱਕਣ ਦੀ ਸੇਵਾ, ਲੱਕੜਾਂ ਪਾਉਣ ਦੀ ਸੇਵਾ। ਇਸ ਤਰ੍ਹਾਂ ਇਹ ਰੱਬ ਦੇ ਪਿਆਰਿਆਂ ਨੂੰ ਪਤਾ ਹੁੰਦਾ ਕਿਹੜਾ ਚੀਜ਼ ਪਊ ਇਹਦੇ ਵਿੱਚ। ਹੁਣ ਕਈ ਵਾਰੀ ਇਹ ਕਿ ਬੀਬੀਆਂ ਧੋਦੀਆਂ ਹੁੰਦੀਆਂ ਸੀ, ਖੱਦਰ ਦੇ ਵਸਤਰ ਹੁੰਦੇ ਸੀ ਉਸ ਸਮੇਂ, ਖੱਦਰ ਦੇ। ਬੀਬੀਆਂ ਨੇ ਕੀ ਕਰਨਾ, ਪਹਿਲਾਂ ਸੋਡਾ ਪਾਉਣਾ, ਜੇ ਸੋਡੇ ਨਾਲ ਵੀ ਨਾ ਮੈਲ ਨਿਕਲਣੀ ਉਹਦੀ, ਫਿਰ ਰਿੱਝ ਦਾ ਪਾਣੀ, ਰਿੱਝ ਦਾ ਪਾਣੀ ਵਿੱਚ ਸੋਡਾ ਪਾ ਕੇ ਉਹਦੇ ਵਿੱਚ ਫਿਰ ਵਸਤਰ ਨੂੰ ਡੋਬ ਕੇ ਉੱਪਰੋਂ ਆਪਾਂ ਮੋਗਰੀ ਕਹਿ ਲਓ ਕੱਪੜੇ ਧੋਣ ਵਾਲੀ, ਜਾਂ ਕੋਈ ਡੰਡਾ ਕਹਿ ਲਓ, ਉਹਦੇ ਨਾਲ ਫਿਰ ਇਸ ਤਰ੍ਹਾਂ ਵੀ ਡੋਬੀ ਜਾਂਦੀ ਅਸੀਂ। ਜੇ ਫਿਰ ਵੀ ਮੈਲ ਲੈ ਜਾਂਦੀ, ਫਿਰ ਇੱਕ ਕਾਸ਼ਟ ਉਹਦੀ ਕਾਸ਼ਟ ਕੱਪੜੇ ਧੋਣ ਵਾਲਾ, ਸਾਬਣ ਵੀ ਨਾ ਕੰਮ ਦਿੰਦੀ, ਸੋਡਾ ਵੀ ਨਾ ਕੰਮ ਦਿੰਦਾ ਨਾ, ਫਿਰ ਉਹ ਕਾਸ਼ਟ ਪਾਉਂਦੀ ਆ। ਕਾਸ਼ਟ ਪਾ ਕੇ ਫਿਰ ਉਹਨੂੰ ਸਾਫ਼ ਕਰਨਾ, ਸਫਾਈ ਕਰਨਾ। ਹੁਣ ਇਸੇ ਤਰ੍ਹਾਂ ਹੀ ਜਿਹੜੇ ਜਗਿਆਸੂ
ਇਹ ਜਨਮਾਂ ਜਨਮਾਂ ਦੀ ਮੈਲ ਲਾ ਕੇ ਕੱਪੜੇ ਲਵੇੜ ਕੇ ਮਾਤ ਲੋਕ ਦੇ ਵਿੱਚ ਆਉਂਦੇ ਨਾ, ਉਹਨਾਂ ਦੀ ਮੈਲ ਫਿਰ ਇਹ ਸਾਧੂ ਲਾ ਸਕਦੇ ਨੇ। ਉਹ ਕਿਹੜਾ ਸਾਧੂ ਲਾਊਗਾ? ਜਿਹਦੀ ਆਪ ਮੈਲ ਨਹੀਂ ਹੋਵੇ। ਕਿਹੜਾ ਪਾਸਾ ਚਿੱਟੇ ਕਰੂਗਾ? ਜਿਹਦੇ ਆਪ ਚਿੱਟੇ ਹੋਣ। ਜਿਹਦੇ ਆਪ ਬੈਠੇ ਦੋ ਚਿੱਟੇ ਕੀ ਕਰ ਦੂ? ਜਿਹੜਾ ਆਪ ਭੁੱਖਾ ਹੋ ਕਿਸੇ ਨੂੰ ਕੀ ਰਜਾ ਦੂ? ਇਹ ਵਿਗਿਆਸੂ ਜਿਉਂ ਜਿਉਂ ਸੇਵਾ ਕਰਦੇ ਨੇ, ਬਚਨ ਮੰਨਦੇ ਨੇ, ਜਿਉਂ ਜਿਉਂ ਦਾ ਬਚਨ ਸਾਫ਼ ਹੁੰਦਾ। ਸਾਰੀਆਂ ਜਿਹੜੇ ਨਾਲ ਮਰਜ਼ੀ ਗੱਲ ਹੋਏ ਨੂੰ ਖੇਡ ਨੂੰ ਲੋੜ ਸਮਝਣ ਦੀ ਹੈ। ਬੁਝੀਆਂ ਰੂਹਾਂ, ਟੁੱਟੀਆਂ ਰੂਹਾਂ, ਮੈਲੇ ਵਸਤਰ ਸਾਰੇ ਇੱਕੋ ਹੀ ਆਉਂਦੇ ਨੇ। ਇਸ ਤਰ੍ਹਾਂ ਪ੍ਰੋਸੈਸ ਹੈ ਜੀ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬੋ ਨਾਲ ਜੋੜਦੇ। ਉਹ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਜਿਹੜੀਆਂ ਰੂਹਾਂ ਟੁੱਟੀਆਂ ਆਉਂਦੀਆਂ ਇਹਨਾਂ ਤੋਂ, ਉਹਨਾਂ ਨੂੰ ਸਾਧੂ ਜੋੜਦੇ ਨੇ। ਇੱਥੇ ਆ ਕੇ ਟੁੱਟੀਆਂ ਰੂਹਾਂ ਤੋੜਦੇ ਨੇ, ਜੋੜਦੇ ਨੇ। ਇਸ ਤਰ੍ਹਾਂ ਜਿਹੜੇ ਇਹ ਸੇਵਾ ਦੱਸਦੇ ਨੇ, ਸਿਮਰ ਦੱਸਦੇ ਨੇ, ਹੱਥੀਂ ਸੇਵਾ ਦੱਸਦੇ ਨੇ, ਉਹਦੇ ਮਹਾਂਪੁਰਸ਼ਾਂ ਨੂੰ ਪਤਾ ਤੇ ਕਿੰਨੇ ਕਰਮ ਮਾੜੇ ਕੀਤੇ ਨੇ, ਉਹਨੂੰ ਸਾਫ਼ ਕਰਕੇ ਦੱਸਦੇ ਨੇ। ਸੇਵਾ ਉਹ ਨਹੀਂ ਦੱਸਦੇ ਹਨ ਨਾ, ਉਹ ਦੇਖ ਕੇ ਦੱਸਦੇ ਨੇ ਰੱਬ ਦੇ ਪਿਆਰੇ। ਜਿਨ੍ਹਾਂ ਦੇ ਕਈ ਸਾਫ਼ ਵੀ ਹੋਏ ਹੁੰਦੇ ਨੇ, ਐਸੀ ਗੱਲ ਨਹੀਂ ਹੈ। ਉਹ ਜੁੜਦੇ ਨੇ ਮਹਾਂਪੁਰਸ਼ਾਂ ਦੇ ਨਾਲ, ਉਹਨਾਂ ਨੂੰ ਪਹਿਲਾਂ ਦੇਖ ਲੈਂਦੇ ਰੱਬ ਦੇ ਪਿਆਰੇ ਵੀ ਇਹਦੇ ਵਾਸਤੇ ਕਿੰਨੇ ਕੁ ਸਾਫ਼ ਨੇ, ਕਿੰਨੇ ਕੁ ਮੈਲੇ ਨੇ। ਉਹਦੇ ਮੁਤਾਬਕ ਉਹਨੂੰ ਫਿਰ ਉਹ ਚੀਜ਼ ਦਾ ਅਧਿਕਾਰੀ ਬਣਾ ਕੇ ਨਾ ਉਹੀ ਜਿਹੀ ਅਵਸਥਾ ਉਹ ਦੇਈ ਜਾਂਦੇ ਨੇ। ਅਧਿਕਾਰੀ ਤੋਂ ਬਗੈਰ ਨਹੀਂ ਮਿਲਣ ਦੀ ਅਵਸਥਾ ਕਦੇ ਵੀ ਨਹੀਂ ਮਿਲਦੀ ਹੈ। ਇਸੇ ਤਰ੍ਹਾਂ ਦੰਦਪੁਰੀ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਵਿਰਾਜਮਾਨ ਨੇ। ਸੇਵਨ ਕਰਦੇ ਨੇ, ਸੇਵਾ ਕਰਦੇ ਨੇ,
ਸਿਮਰਨ ਕਰਾਉਂਦੇ ਨੇ ਤੇ ਸੇਵਾ ਵੀ ਕਰਾਉਂਦੇ ਨੇ ਅਨੰਦਪੁਰੀ ਸਾਹਿਬ 'ਚ। ਇੱਕ ਨੇੜਿਓਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਧਾਲੂ ਸੰਗਤ, ਪ੍ਰੇਮੀ ਸੰਗਤ ਰੋਜ਼ ਆਇਆ ਕਰਦੀ ਸੀ। ਅੱਜ ਵੀ ਦੇਖਿਆ ਸੀ ਦਿੱਲੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਥਾਨ ਆ, ਅੱਜ ਸ਼ਾਇਦ ਸ਼ਹੀਦੀ ਦਿਹਾੜਾ ਵੀ ਆ ਗੁਰੂ ਤੇਗ ਬਹਾਦਰ ਸਾਹਿਬ ਦਾ। ਉੱਥੇ ਬਗਲਾ ਸਾਹਿਬ ਗੁਰਦੁਆਰਾ ਬਹੁਤ ਸੰਗਤਾਂ ਐਸੀਆਂ ਨੇ ਜਿਹੜੇ ਨਿੱਤ ਪ੍ਰਤੀ ਜਾਂਦੀਆਂ ਨੇ, ਮੀਂਹ ਪਵੇ ਬਾਰਿਸ਼ ਪਵੇ ਤੂਫਾਨ ਆਵੇ ਉਹ ਨਹੀਂ ਛੱਡਦੀਆਂ, ਨਿੱਤ ਪ੍ਰਤੀ ਜਾਂਦੀਆਂ ਨੇ। ਉਹ ਸੇਵਾ ਕਰਦੀਆਂ ਨੇ ਜਾ ਕੇ। ਉਹ ਪਰਿਵਾਰ ਵੀ ਨਿੱਤ ਪ੍ਰਤੀ ਜਾ ਕੇ ਅਨੰਦਪੁਰੀ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਦਾ ਸੀ। ਉਹਨਾਂ ਦੇ ਬਚਨ ਦੀ ਪਾਲਣਾ ਕਰਦਾ ਸੀ। ਉਹਨਾਂ ਦੇ ਨਾਲ ਇੱਕ 7 ਸਾਲ ਦਾ ਬੱਚਾ, 7 ਸਾਲ ਦਾ, ਕੀ ਉਮਰ ਦੇ 7 ਸਾਲ ਕੁਛ ਨਹੀਂ, ਉਹ ਬੱਚਾ ਵੀ ਆਪਣੇ ਮਾਤਾ ਪਿਤਾ ਦੇ ਨਾਲ ਸੇਵਾ ਕਰਨ ਆਇਆ ਕਰੇ। ਜੇ ਉਹਦੇ ਮਾਤਾ ਪਿਤਾ ਜੋੜਾਂ ਦੀ ਸੇਵਾ ਕਰਿਆ ਕਰਨ, ਉਹ 7 ਸਾਲ ਦਾ ਬੱਚਾ ਆਪ ਵੀ ਸੇਵਾ ਕਰਨ ਬੈਠ ਜਾ ਕਰੇ। ਜੇ ਉਹਦੇ ਮਾਤਾ ਪਿਤਾ ਲੰਗਰ ਦੀ ਸੇਵਾ ਕਰਨ ਲੱਗਿਆ ਕਰਨ, ਉਹ ਆਪ ਵੀ ਲੰਗਰ ਦੀ ਸੇਵਾ ਕਰਨ ਲੱਗ ਜਾ ਕਰੇ। ਜੇ ਬਰਤਨ ਦੀ ਸੇਵਾ ਕਰਨ ਲੱਗ ਜਾ ਕਰਨਾ, ਤਾਂ ਆਪ ਵੀ ਬਰਤਨ ਦੀ ਸੇਵਾ ਕਰਨ ਲੱਗ ਜਾ ਕਰੇ। 7 ਸਾਲ ਦਾ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਦੀ 9ਵੀਂ ਜੋਤ ਸੰਗਤ ਬੈਠੀ ਹੈ। ਉਹ ਬੱਚਾ ਵੀ ਚੌਕੜਾ ਮਾਰੀ ਸੰਗਤ ਦੇ ਵਿੱਚ ਬੈਠਾ। ਬੜਾ ਸੋਹਣਾ ਲੱਗਦਾ। ਮੈਂ ਦੇਖਿਆ ਜਦੋਂ ਦੀਵਾਨ ਇੰਗਲੈਂਡ ਦੇ ਵਿੱਚ ਲਾਉਂਦੇ ਨੇ ਸੰਤ ਕੁਮਾਰ ਜੀ ਰਾੜਾ ਸਾਹਿਬ ਵਾਲੇ, ਇੱਕ ਬੱਚੇ ਨੂੰ ਦੇ ਕੇ ਮੂਹਰੇ ਬੈਕ ਰੱਖਣਾ ਬਾਬਾ ਜੀ ਨੇ, ਤਾਂ ਪੁੱਛਾ ਦੇਖੋ ਕਿ ਉਹਦੇ ਕੈਦ ਦੇ ਵਿੱਚ ਬੱਚੇ ਦੀ ਆਵਾਜ਼ ਜ਼ਰੂਰ ਆਊਗੀ, ਕਿਸੇ ਦੀ ਆਵੇ ਚਾਹੇ। ਇੱਕ ਬੱਚੇ ਦੇ ਮੂਹਰੇ ਬੈਕ ਰੱਖ ਦੇਣਾ ਇੰਗਲੈਂਡ ਦੇ ਵਿੱਚ, ਉਹਦੀ ਆਵਾਜ਼ ਆਉਣੀ ਵਿੱਚ, ਕਿਉਂਕਿ ਕੀ ਮੂਹਰੇ ਰੱਖਦੇ ਹੁੰਦੇ ਨੇ, ਇਹ ਸੰਸਕਾਰ ਪਿੱਛੇ ਦੇ ਸਾਫ਼ ਕੀਤੇ ਹੋਣੇ। ਆਪਾਂ ਪਹਿਲੀ ਗੱਲ ਕਰੀਏ ਸੰਸਕਾਰਾਂ ਦੀ, ਵਾਸਤਵ ਦੀ। ਇੱਕ ਦਿਨ ਗੁਰੂ ਤੇਗ ਪਾਤਸ਼ਾਹ ਇਸ ਤਰ੍ਹਾਂ ਗੁਰ ਸ਼ਬਦ ਦਾ ਜਾਪ ਕਰਦੇ ਨੇ। ਉਹ ਬੱਚਾ ਵੀ ਚੌਕੜਾ ਮਾਰੀ ਬੈਠਾ, ਨੇਤਰ ਵਿੱਚ ਹੋਏ ਨੇ, ਅੱਖਾਂ ਨਹੀਂ ਖੋਲ੍ਹਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਪਿੱਛੇ ਪਿੱਛੇ ਇਸ ਤਰ੍ਹਾਂ ਉਹ ਵੀ ਜਾਪ ਕਰਦਾ। ਇੱਦਾਂ ਪੜੋ ਸਾਰੇ ਭਾਈ ਭਾਈ ਕਿਹੜਾ ਜਾਪ ਕਰ ਲੈਂਦਾ।
ਸਤਿਨਾਮ 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 ਜੀ। ਵਾਹਿਗੁਰੂ 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 ਉਹ ਵੀ ਨਾਮ ਜਪਦਾ। ਨੰਦਾ ਦੀ ਪੁਰੀ ਨੰਦ ਪ੍ਰਸਾਦ। ਇਹਦੇ ਨਾਲ ਹੀ ਆਪਾਂ ਛੋਟੀ ਜਿਹੀ ਸਾਖੀ ਤੋਰਾਂਗੇ, ਦੋਨੇ ਬਰਾਬਰ ਚਲਾਵਾਂਗੇ ਮਾੜੀ ਮਾੜੀ, ਕਿਉਂਕਿ ਅੱਜ ਮੈਨੂੰ ਅੰਦਰੋਂ ਆਉਂਦੀ ਹੈ ਕੋਈ ਬਾਤ ਵੀ, ਅੱਜ ਗੁਰੂ ਤੇਗ ਬਹਾਦਰ ਬਾਲ ਦਾ ਸ਼ਹੀਦੀ ਦਿਹਾੜਾ, ਅੱਗੇ ਉਹਨਾਂ ਨੂੰ ਪਤਾ ਹੋਵੇ। ਹੁਣ ਉੱਧਰ ਪਹਾੜੀ ਰਾਜਿਆਂ ਦੇ ਪਹਾੜਾਂ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦਿੱਲੀ ਦੇ ਤਖ਼ਤ ਦੇ ਉੱਪਰ ਬੈਠਾ ਲਾਲ ਕਿਲ੍ਹੇ 'ਤੇ। ਉਹਨੇ ਕੀ ਹੋ ਕੀਤਾ ਲਾਲ ਕਿਲ੍ਹੇ ਤੋਂ, ਕਿਉਂਕਿ ਰਾਤ ਸੀ ਔਰੰਗਜ਼ੇਬ ਬਾਦਸ਼ਾਹ। ਕਹਿੰਦੇ ਵੀ ਇਹ ਜਾਓ, ਮੇਰਾ ਫਰਮਾਨ ਹੈ। ਢੋਲ ਤੇ ਮਾਰਿਆ ਡੱਗਾ, ਜਿਵੇਂ ਆਪਾਂ ਨਗਾਰਾ ਵਜਾਉਂਦੇ ਹੁੰਦੇ ਸੀ ਪਹਿਲਾਂ, ਖਾਲਸਾ ਪੰਥ ਦੀ ਲੜਾਈ ਨਹੀਂ ਚੜ੍ਹਦੇ ਹੁੰਦੇ ਸੀ ਨਗਾਰੇ ਦੀ ਚੋਟ ਨਾਲ। ਇਹਨਾਂ ਕੋਲ ਵੀ ਇੱਕ ਢੋਲ ਹੁੰਦਾ ਸੀ। ਲਾਲ ਕਿਲ੍ਹੇ ਤੇ ਢੋਲ ਖੜਕਾਇਆ, ਮੁਸਲਮਾਨ ਵੀਰ ਇਕੱਠੇ ਹੋ ਗਏ, ਵਜ਼ੀਰ ਮਸਦੀ ਇਕੱਠੇ ਹੋ ਗਏ ਔਰੰਗਜ਼ੇਬ ਬਾਦਸ਼ਾਹ ਦੇ। ਔਰੰਗਜ਼ੇਬ ਬਾਦਸ਼ਾਹ ਖੜਾ ਹੋਇਆ, ਕੜਕ ਆਵਾਜ਼ ਦੇ ਵਿੱਚ ਕਹਿੰਦਾ, ਐਂ ਕਰੋ, ਜਿਹੜੇ ਹਿੰਦੂ ਰਾਜੇ ਨੇ 22 ਧਾਰ ਦੇ ਰਾਜੇ ਕਹਿੰਦੇ ਉਹਨਾਂ ਨੂੰ, ਉਹਨੇ ਧੋਖਾ ਵੀ ਕੀਤਾ ਸੀ ਮਹਾਰਾਜ ਦੇ ਨਾਲ, ਝੂਠੀ ਸੌਖਾਰੀ ਸੀ, ਆਟੇ ਕੋ ਬਣਾ ਕੇ। ਪਰ ਮਹਾਂਪੁਰਸ਼ ਇਹ ਚਿਤਾਰਦੇ ਨਹੀਂ ਹੁੰਦੇ ਵੀ ਸਾਡੇ ਨਾਲ ਕੀ ਕੀਤਾ ਕੀ ਨਹੀਂ ਕੀਤਾ। ਉਹ ਪੁਰਜਦੇ ਨੇ, ਭਰਾ ਆਉਂਦੇ ਨੇ, ਉਹ ਫਿਰ ਵੀ ਭਲਾ ਹੀ ਕਰਦੇ ਨੇ।
ਕਹਿੰਦੇ ਮੇਰਾ ਫਰਮਾਨ ਹੈ ਬਈ ਦੱਸੋ, ਜਾ ਕੇ ਪਹਾੜਾਂ ਦੇ ਵਿੱਚ ਜਿਹੜੇ ਪਹਾੜੀ ਰਾਜੇ ਨੇ ਸਵਾ ਸਵਾ ਪੱਕੇ ਜਰੇਊ ਲਾ ਕੇ ਉਹਨਾਂ ਨੂੰ ਅੱਗ ਲਾ ਕੇ ਫੂਕਣਾ, ਉਹਨਾਂ ਨੂੰ ਫੂਕ ਕੇ ਤੁਨੇ ਫਿਰ ਜਲ ਪਾਣੀ ਕਰਨਾ। ਖੁਦਾ ਕਰਾਂਗੇ। ਉਧਰੋਂ ਹੁਕਮ ਦਿੱਤਾ जिन्ने भी मंदिर ने सारे मंदिर ढा के मरिया मेट किया जाए, इन्हों का उत्थे मसीता ही मसीता देख लो। कितने मैनू राम का नाम नहीं सुनना चाहिए। अल्लाह अकबर के नारे बन सारे हिंदुस्तान के ये प्रवान नहीं करता। तो राज करता सी, उसके हथ राज से राज की बदलियाँ। लाल किले तो काफला पहाड़ी राजा वालों चल पाया, ब्राह्मण वालों चल पाया, क्योंकि ब्राह्मणवाद जायज थी ना उस कश्मीर। ब्राह्मणवाद हिंदू राजे वाले जाते। तो जो कर लिया उन्होंने जाके यही काम शुरू करता। धी भैनों को पत्थर कर लगे, सवा सवन पक्के जनेऊ ला के अग ला के फूक के फिर जल पड़ी करे करना। हिंदुओं के मंदिर को ढह ढेरी करके सबन के नाल फिर जल पानी छक्या करना। और देखो पंथा जो जरूर धर्म है हिंदुओं का, अपना धर्म श्री साहब, अपने श्री साहब पाया होया। श्री साहब को कोई जे हथ ला दे तो असी उसका गाटा पट के वो मारा गिरा के हाथ नहीं लाने देना। धर्म है एक बारी मैं लुधियाने दीवार ला के आया रात को। अतवार का सफर से उस समय मैंने मिलटरी लाई हुई थी सारी पंजाब के विच। लुधियाने समराला चौक के विच एक विश्वकर्मा गुरुद्वारा, उत्थे दीवान सी, समागम चलता सी। मैं रात को दीवान ला के जो आया साढ़े वाला, उत्थे सारी गड्डी घेर ली। मिलटरी वाले, मिनी मिलटरी वाले, ना पुलिस भी होती थी, पंजाब पुलिस। उस समय मैं तेगा रखता होता सी, मैं खूडी रखता सी तेगा, चौड़ा होंदा कृपान नो। जब वो गड्डी की तलाशी कहते सी लैनियां, कहते असी झंडी लगी हुई थी साढ़े, करें झंडी भी खोल के देखनी आ। जब वो झंडी बड़ों आया, मैं कृपान कर ली बाहर एकदम। जोश मेरे बहुत ही ताकत, बहुत ही चढ़ती उम्र सी, सिंगर पता रहना सारा। मैं एकदम धूली कृपान
ਤੇਗਾ ਚੌੜਾ ਲਸ਼ਕਾਰੇ ਮਾਰੇ। ਮੈਂ ਮਾਰਿਆ ਲਲਕਾਰਾ, ਛੱਡ ਕੇ ਜਕਾਰਾ, ਮੈਂ ਖਬਰਦਾਰ ਜੇ ਝੰਡੀ ਗੜੀ ਲੱਗੇ ਮੈਂ ਗਾਡੇ ਲਾ ਲਾ ਕੇ ਉੱਧਰ ਚੜੂਗਾ ਸਾਰੇ। ਜੋ ਬੋਲੇ ਸੋ ਨਿਹਾਲ। ਲਵੇਂ ਲੱਗੋ ਗੱਡੀ ਦੇ, ਝੰਡੀ ਨੂੰ ਹੱਥ ਨਾਲ ਲਾਇਓ। ਇੱਕ ਪੰਜਾਬ ਪੁਲਿਸ ਦਾ ਬੰਦਾ ਸੀ, ਉਹਨੇ ਭੱਜ ਕੇ ਜਾ ਕੇ ਉਹਨੂੰ ਰੋਕਿਆ, ਕਹਿੰਦਾ ਦੇਖੀ ਕਿਤੇ ਪੱਗਾ ਲੈ ਲਈ, ਇਹ ਬਾਬੇ ਕਿਸੇ ਕੜਾਹ ਖਾਣੇ ਨਹੀਂ ਹੈਗੇ, ਕਿਤੇ ਹੋਰ ਸਾਨੂੰ ਵੀ ਨਾਲ ਗਾਲ ਦੇਵੇਂ। ਪਿੱਛੇ ਹਟ ਜਾਓ ਗੱਡੀ ਦੇ। ਉਹ ਤੁਸੀਂ ਬੀੜੀਆਂ ਪੀਂਦੇ ਹੋ, ਤੁਸੀਂ ਜਾਂਦੇ ਖਾਂਦੇ ਹੋ, ਤੁਸੀਂ ਪਤਾ ਨਹੀਂ ਕੀ ਸੁਆਹ ਕੇ ਖਾਂਦੇ ਹੋ, ਆ ਕੇ ਤੁਸੀਂ ਹੱਥ ਰੋੜੋ ਝੰਡੀ ਨੂੰ। ਪਿੱਛੇ ਹੱਥ ਲੌੜਤਾ ਉਹਨਾਂ ਨੂੰ। ਫਿਰ ਉਹ ਤਰਾਸੀ ਲੜੀ ਬੰਦ ਕਰਤੀ, ਕਹਿੰਦੇ ਨਾ ਬਈ, ਕਹਿੰਦੇ ਤਾਂ ਝੰਡੀ ਨੂੰ ਹੱਥ ਲਾਏ ਸੀ, ਬਾਬਾ ਜੀ ਨੇ ਕੁਰਬਾਨ ਕੱਢ ਲਈ, ਜੇ ਕਿਤੇ ਤਰਾਸੀ ਨਾਲ ਲੱਗੇ ਫਿਰ ਤਾਂ ਪਤੀ ਬੋਲ ਦੇਣੀ ਇਹਨਾਂ ਨੇ। ਇਹ ਜਜ਼ਬਾ ਹੋਣਾ ਚਾਹੀਦਾ ਖਾਲਸੇ ਵਿੱਚ ਪੂਰਾ। ਹੁਣ ਜੇ ਸਾਡੇ ਸ੍ਰੀ ਸਾਹਿਬ ਨੂੰ ਕੋਈ ਹੱਥ ਪਾਵੇ, ਪਾਉਣ ਦੇ ਕਿ ਨਹੀਂ ਪਾਉਣ ਦੇ, ਚਾਹੇ ਜਾਨ ਮੱਗ ਜਾਵੇ। ਉਹਨਾਂ ਦਾ ਧਰਮ ਸੀ ਜਨੇਊ, ਉਹ ਜਨੇਊ ਸਵਾ ਮਨ ਲਾ ਕੇ ਉਹਨਾਂ ਦੇ ਉਹ ਰੋਟੀ ਖਾਂਦੇ ਸੀਗੇ। ਇੱਕ ਦਿਨ ਫਿਰ ਕੀ ਕੀਤਾ, ਬ੍ਰਾਹਮਣ ਕਿਰਪਾ ਦਾਸ, ਉਹਨਾਂ ਰਾਜਿਆਂ ਦਾ, ਉਹਨਾਂ ਬ੍ਰਾਹਮਣਾਂ ਦਾ ਮੁਖੀ ਸੀ। ਸਾਰੇ ਬ੍ਰਾਹਮਣ ਇਕੱਠੇ ਹੋ ਕੇ ਕਿਰਪਾ ਦਾਸ ਬ੍ਰਾਹਮਣ ਨੂੰ ਕਹਿੰਦੇ ਵੀ ਇੱਦਾਂ ਕਰੋ, ਆਪਾਂ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਜਗਨਨਾਥ ਮੰਦਰ ਹੈ ਇੱਕ ਕਸ਼ਮੀਰ 'ਚ, ਹੋਰ ਵੀ ਹੈਗਾ ਜਗਨਨਾਥ ਮੰਦਰ, ਉਹਦੇ ਮੂਹਰੇ ਇਕੱਠੇ ਹੋਈਏ। ਇਕੱਠੇ ਹੋ ਕੇ ਆਪਣੇ ਆਪਣੇ ਧਰਮ ਦੀ ਅਰਦਾਸ ਸੁਣਦੇ ਨਹੀਂ ਕਰਨੀ ਚਾਹੀਦੀ ਆ, ਕੋਈ ਰੁਕਾਵਟ ਨਹੀਂ ਹੈ ਹਿੰਦੁਸਤਾਨ 'ਚ ਕਰ ਸਕਦਾ। ਉਹ ਕਹਿੰਦੇ ਆਪਾਂ ਆਪਣੀ ਅਰਦਾਸ ਕਰੀਏ ਕ੍ਰਿਸ਼ਨ ਭਗਵਾਨ ਦੇ ਚਰਨਾਂ ਵਿੱਚ ਵੀ ਸਾਡੀ ਰਕਸ਼ਾ ਕਰੋ। ਕੀ ਹੋਣ ਲੱਗਿਆ ਹੈ, ਬੰਦਾ ਢਾਉਣ ਲੱਗ ਗਏ, ਸਵਾ ਪੱਕੇ ਜੇਊ ਲਾ ਕੇ ਫੂਕ ਕੇ ਫੇਰ ਪੈਸਾ ਲਾ ਸਕਦੇ ਨੇ। ਜਗਨਨਾਥ ਮੰਦਰ ਦੇ ਜਾ ਕੇ ਮੂਹਰੇ ਰਾਤ ਨੂੰ ਸਾਰੇ ਬ੍ਰਾਹਮਣ ਚੌਕੜਾ ਮਾਰ ਕੇ ਬੈਠ ਗਏ। ਆਸਣ ਵਾਲੇ ਚੌਕੜਾ ਮਾਰਨੇ ਨੇਤਰ ਵਿੱਚ ਰਹੇ। ਹੇ ਕ੍ਰਿਸ਼ਨ ਭਗਵਾਨ, ਤੂੰ ਕਿਰਪਾ ਕਰ ਸਾਡੇ ਤੇ, ਇਹ ਕੀ ਜੁਰਮ ਹੋਣ ਲੱਗ ਗਿਆ, ਕਿਵੇਂ ਸਵਾਰੀਏ। ਦੇਖੋ ਅੱਜ ਵੀ ਆਪਣੇ ਧਰਮ ਦੇ ਮੁਤਾਬਕ ਜਿੰਨੀ ਤੁਸੀਂ ਕਮਾਈ ਕਰੋਗੇ, ਜਿੰਨੀ ਤੁਹਾਡੀ ਅਵਸਥਾ ਬਣੂਗੀ, ਉਹਨਾਂ ਤੁਹਾਨੂੰ ਆਕਾਸ਼ਬਾਣੀ ਹੁੰਦੀ ਹੈ। ਆਕਾਸ਼ਬਾਣੀ ਅੱਜ ਵੀ ਹੁੰਦੀ ਹੈ, ਸਾਧੂਆਂ ਨੂੰ ਹੁੰਦੀ ਹੈ। ਆਕਾਸ਼ਬਾਣੀ ਕਿਹਨੂੰ ਕਹਿੰਦੇ ਨੇ? ਉਹ ਕੋਈ ਲਾਹੀ ਹੁਕਮ ਹੁੰਦਾ ਰੱਬ ਦਾ, ਪਰਮੇਸ਼ਰ ਦਾ। ਜਿਹੜੇ ਅੰਤਰਮੁਖ ਸਿਮਰਨ ਕਰਦੇ ਨੇ, ਜਿਹੜੇ ਜੁਗਤੀਆਂ ਨਾਲ ਸਿਮਰਨ ਕਰਦੇ ਨੇ, ਉਹਨਾਂ ਨੂੰ ਪਤਾ ਆਕਾਸ਼ਬਾਣੀ ਕੀ ਹੁੰਦੀ ਹੈ। ਉਹ ਹੁਕਮ ਮੰਨਣਾ ਕਿ ਰੱਬ ਦਾ ਲਾਹੀ ਹੁਕਮ, ਉਹਦੇ ਮੁਤਾਬਕ ਸਾਧੂ ਅੱਗੇ ਦੱਸਦੇ ਨੇ, ਪ੍ਰਵਾਨ ਕਰਦੇ ਨੇ। ਹੁਕਮ ਆਇਆ ਕਿਰਪਾ ਦਾਸ ਬ੍ਰਾਹਮਣ ਨੂੰ,
ਕੀ ਹੁਕਮ ਆਇਆ? ਕਿਰਪਾ ਦਾਸ ਜਾਂ ਅਨੰਦਪੁਰੀ ਸਾਹਿਬ ਦੇ ਵਿੱਚ ਅੱਜ ਗੁਰੂ ਨਾਨਕ ਦੀ 9ਵੀਂ ਜੋਤ ਉੱਥੇ ਪ੍ਰਗਟ ਹੋ ਚੁੱਕੀ ਹੈ। ਉਹਦੇ ਚਰਨਾਂ ਵਿੱਚ ਜਾ ਕੇ ਤੁਸੀਂ ਨਾ ਬੇਨਤੀ ਕਰੋ। ਜੇ ਤੁਹਾਡੀ ਰਕਸ਼ਾ ਕਰ ਸਕਦੇ ਤਾਂ ਉਹ ਕਰ ਸਕਦੇ ਨੇ, ਵਰਨਾ ਹੋਰ ਕੋਈ ਦੁਨੀਆ ਵਿੱਚ ਤਾਕਤ ਨਹੀਂ ਤੁਹਾਡੀ ਰਕਸ਼ਾ ਕਰਦਾ ਹੋਵੇ। ਦੁੱਖ ਸੀ, ਦੁਖੀ ਬੰਦਾ ਸਭ ਕੁਝ ਕਰਦਾ। ਕਹਿਣ ਲੱਗੇ ਮਹਾਰਾਜ ਫਿਰ ਸਾਨੂੰ ਕਿੱਥੇ ਮਿਲਣਗੇ? ਉਹ ਅਨੰਦਪੁਰੀ ਸਾਹਿਬ ਬਿਰਾਜਮਾਨ ਨੇ। ਉਹਨਾਂ ਦਾ ਫਰਜੰਗ ਜਿਹਦੀ 9 ਸਾਲ ਦੀ ਉਮਰ ਆ, ਉਹ ਵੀ ਉਹਨਾਂ ਦੇ ਕੋਲ ਖੇਡਦਾ ਹੋਊਗਾ। ਉਹ ਵੀ ਬਹੁਤ ਪਾਵਰਾਂ ਲੈ ਕੇ ਆਇਆ ਰੱਬ ਤੋਂ, ਪਰਮੇਸ਼ਰ ਸਰਬ ਸ਼ਕਤੀਮਾਨ ਤੋਂ ਬਹੁਤ ਪਾਵਰਾਂ ਦੇ ਕੇ ਉਹਨੂੰ ਭੇਜਿਆ ਜੁਰਮ ਦਾ ਨਾਸ਼ ਕਰਨ ਵਾਸਤੇ। ਨਾਲ ਥੋੜੀ ਫਰਿਆਦ ਉਹ ਵੀ ਸੁਣ ਲੂਗਾ। ਹੁਣ ਇਹ ਆਕਾਸ਼ਬਾਣੀ ਸੁਣ ਕੇ ਜਗਨਨਾਥ ਮੰਦਰ ਦੇ ਵਿੱਚੋਂ ਰਾਤ ਨੂੰ ਕਿਰਪਾ ਦਾਸ ਬ੍ਰਾਹਮਣ ਦੀ ਜੂਰੀ ਵਿੱਚ ਕਾਫਲਾ ਨਿਕਲਿਆ, ਅਨੰਦਪੁਰੀ ਸਾਹਿਬ ਚੱਲ ਪਿਆ। ਉੱਧਰ ਗੁਰੂ ਤੇਗ ਬਹਾਦਰ ਮਹਾਰਾਜ ਨੇਤਰ ਵਿੱਚ ਹੋਏ ਚੌਕੜਾ ਮਾਰਿਆ ਹੋਇਆ, ਸਿਮਰ ਕਰ ਰਿਹਾ। ਸਿਮਰ ਚੱਲਣ ਦਾ ਰੱਬ ਦੇ ਪਿਆਰ, ਜਿਹਨੂੰ ਜੱਪਾ ਕਹਿੰਦੇ ਆਪਾਂ। ਨੌ ਸਾਲ ਦੀ ਉਮਰ ਗੁਰੂ ਸਾਹਿਬ ਦੇ ਚੌਕੜੇ ਦੇ ਵਿੱਚ ਗੁਰੂ ਗੋਬਿੰਦ ਰਾਏ ਸਾਹਿਬ ਜੀ, ਇਹਦਾ ਪਹਿਲਾ ਨਾਮ ਸੀ ਦੁਸ਼ਟਦਮਨ। ਮਾਤਾ ਗੁਜਰ ਕੌਰ ਜੀ ਕੁਕਰੂ ਭਾਗ ਲਿਆ ਪਾਟਾ ਸਾਹਿਬ ਦੇ ਵਿੱਚ ਗੋਬਿੰਦ ਰਾਏ ਸਾਹਿਬ। ਗੋਬਿੰਦ ਰਾਏ ਸਾਹਿਬ ਤੋਂ 1999 ਦੀ ਵਿਸਾਖੀ ਨੂੰ ਖੰਡੇ ਪਿੰਡ ਦਾ ਅੰਮ੍ਰਿਤ ਛਕ ਕੇ ਦਇਆ ਰਾਮ ਖੱਤਰੀ ਨੂੰ ਦਇਆ ਸਿੰਘ ਬਣਾਇਆ। ਫਿਰ ਉੱਥੇ ਬੇਨਤੀ ਕੀਤੀ, ਮੈਨੂੰ ਅੰਮ੍ਰਿਤ ਛਕਾਓ, ਮੇਰੇ 'ਤੇ ਕਿਰਪਾ ਕਰੋ। ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜੇ। ਉਹ ਵੀ ਖੇਲਦੇ ਨੇ। ਬ੍ਰਾਹਮਣਾਂ ਦਾ ਕਾਫਲਾ ਕਸ਼ਮੀਰ ਦੇ ਵਿੱਚੋਂ ਕਿਰਪਾ ਦਾਸ ਬ੍ਰਾਹਮਣ ਦੀ ਜੂਰੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ। ਨੇਤਰ ਰੋ ਰੋ ਕੇ ਲਾਲ ਹੋਏ ਪਏ ਨੇ ਬ੍ਰਾਹਮਣਾਂ ਦੇ, ਚਿਹਰੇ ਪੀਲੇ ਹੋਏ ਪਏ ਨੇ ਬ੍ਰਾਹਮਣਾਂ ਦੇ। ਕਿਰਪਾ ਦਾਸ ਬ੍ਰਾਹਮਣ ਨੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਚਰਨਾਂ 'ਚ। ਜਦੋਂ ਬੇਨਤੀ ਕੀਤੀ, 9 ਸਾਲ ਦੀ ਉਮਰ ਦਾ ਬੱਚਾ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਦੀ 'ਚ ਬੈਠਾ, ਉਹਦਾ ਖੂਨ ਵੀ ਕਾਫਲੇ ਖਾ ਰਿਹਾ, ਵਾਲੇ ਖਾ ਰਿਹਾ। ਲੋਕੀ ਕੀ ਉਹਦਾ 9 ਸਾਲ ਦਾ ਬੱਚਾ ਕਹਿੰਦੇ ਪਿਤਾ ਜੀ ਇਹ ਕੌਣ ਨੇ? ਭਾਈ ਇਹ ਕਸ਼ਮੀਰ ਦੇ ਬ੍ਰਾਹਮਣ ਨੇ, ਇਹ ਕਾਹਦੇ ਵਾਸਤੇ ਆਏ ਨੇ? ਬੜੇ ਦੁਖੀ ਲੱਗਦੇ ਨੇ, ਰੋ ਰੋ ਕੇ ਅੱਖਾਂ ਦੇ ਲਾਲ ਹੋਈਆਂ ਪਈਆਂ ਨੇ, ਇਹਨਾਂ ਦੀ ਫਰਿਆਦ ਸੁਣੋ। ਤਾਂ ਫਿਰ ਉਸੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੀ ਵਚਨ ਕੀਤੇ? ਕਹਿੰਦੇ ਫਰਿਆਦ ਤਾਂ ਸੁਣ ਲਈਏ, ਪਰ ਇਹਨਾਂ ਦੀ ਫਰਿਆਦ ਸੁਣਨ ਦੇ ਵਾਸਤੇ ਕੋਈ ਬ੍ਰਹਮ ਅਵਸਥਾ ਦਾ ਬੰਦਾ ਚਾਹੀਦਾ। ਇਹਨਾਂ ਦੀ ਫਰਿਆਦ ਸੁਣਨ ਦੇ ਵਾਸਤੇ ਸੀਸ ਦੇਣਾ ਪਊਗਾ ਆਪਣਾ। ਜੋ ਬੋਲੇ ਸੋ ਨਿਹਾਲ। ਕਹਿੰਦੇ ਆਪਣਾ ਸੀਸ ਦੇਣਾ ਪਊਗਾ ਬ੍ਰਾਹਮਣਾਂ ਦੀ ਰਕਸ਼ਾ ਵਾਸਤੇ। ਉਧਰ ਦੇਖਦੇ 9 ਸਾਲ ਦੀ ਉਮਰ, ਨੇਤਰ ਵਿੱਚੋਂ ਦਲ ਦਲ ਕਰਕੇ ਜਾਂਦਾ ਨੀਰ ਬਾਬਲਾਂ ਦੇ।
ਕਿਰਪਾਦਾਸ ਬ੍ਰਾਹਮਣ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਵਿੱਚ ਕੀ ਬੇਨਤੀ ਕਰਦਾ, ਇਸ ਤਰ੍ਹਾਂ ਪੜੋ ਸ਼ਾਸਤਰ ਵਿੱਚ। ਸਾਡੇ ਡੁੱਬੇ ਜਾਂਦੇ ਧਰਮ ਨੂੰ ਬਚਾ ਲਓ ਗੁਰੂ ਜੀ, ਸਾਡੇ ਡੁੱਬੇ ਜਾਂਦੇ ਧਰਮ ਨੂੰ ਬਚਾ ਲਓ ਗੁਰੂ ਜੀ, ਸਾਡੇ ਡੁੱਬੇ ਜਾਂਦੇ ਸਾਡਾ ਧਰਮ ਡੁੱਬ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬ੍ਰਾਹਮਣ ਕਸ਼ਮੀਰ ਦੀ ਘਾਟੀ ਵਿੱਚ ਰੋ ਰੋ ਕੇ ਬੇਨਤੀਆਂ ਕਰਦਿਆਂ ਨੇ, ਜਿਵੇਂ ਮੱਕੜ ਸਾਹਿਬ ਬਾਣੇ ਦਾ ਜਹਾਜ਼ ਡੁੱਬਦਾ ਬਚਾਇਆ ਸੀ ਨਾ, ਅੱਜ ਸਾਡੇ ਧਰਮ ਨੂੰ ਉੱਦਾਂ ਹੀ ਬਚਾਓ। ਗੁਰਮੁਖੋਂ ਕਹਿ ਦੇਣਾ ਸਕਾਲਾ, ਗੱਲਾਂ ਕਰ ਲੈਣੀਆਂ ਸਕਾਲੀਆਂ ਨੇ, ਪਰ ਨਿਭਾਉਣੀਆਂ ਬੜੀਆਂ ਔਖੀਆਂ ਨੇ। ਲਾਉਣੀ ਬੜੀ ਸੌਖੀ ਆ, ਮਿੰਟ 'ਚ ਲੱਗ ਜਾਂਦੀ ਹੈ, ਪਰ ਜਦ ਨਿਭਾਉਣੀ ਪੈਂਦੀ ਹੈ ਨਾ ਫੇਰ ਲੱਗਦਾ ਪਤਾ, ਬੜੀ ਔਖੀ ਨਿਭਾਉਣੀ। ਜਦੋਂ ਕਸ਼ਮੀਰ ਦੇ ਬ੍ਰਾਹਮਣਾਂ ਨੇ ਕਿਹਾ ਸਾਡਾ ਬੇੜਾ ਡੁੱਬ ਗਿਆ, ਮੱਕੜ ਸਾਹਿਬ ਬਾਣੇ ਦਾ ਬੇੜਾ ਡੁੱਬਦਾ ਬਚਾਇਆ ਜੀ ਦੋਨੇ, ਇਸ ਤਰ੍ਹਾਂ ਬਚਾਓ ਸਾਡਾ ਹੀ। ਫਿਰ ਗੋਬਿੰਦ ਰਾਏ ਕਹਿਣ ਲੱਗੇ 9 ਸਾਲ ਦੀ ਉਮਰ ਦੇ ਵਿੱਚ, ਪਿਤਾ ਜੀ ਤੁਹਾਡੇ ਤੋਂ ਬੜਾ ਮਹਾਂਪੁਰਸ਼ ਕੋਈ ਨਹੀਂ ਹੋ ਸਕਦਾ, ਤੁਹਾਡੇ ਤੋਂ ਬ੍ਰਹਮ ਗਿਆਨੀ ਕੋਈ ਨਹੀਂ ਹੋ ਸਕਦਾ, ਜਾਓ ਜਾ ਕੇ ਦੋ ਚੀਜ਼ ਦਾ ਬਲੀਦਾਨ ਪਾਉਣ ਦੇ ਧਰਮ ਨੂੰ ਬਚਾਓ। 9 ਸਾਲ ਦੀ ਉਮਰ ਛੱਡ ਕੇ ਗੁਰੂ ਮਾਤਾ ਗੁਜਰ ਕੌਰ ਨੂੰ ਜਵਾਨੀ ਚੜ੍ਹਦੀ ਉਮਰ ਦੇ ਵਿੱਚ ਛੱਡ ਕੇ ਗੁਰੂ ਕੋਈ ਆਪਣੇ ਧਰਮ ਨੂੰ ਬਚਾਉਣ ਦੀ ਖਾਤਰ, ਕੋਈ ਆਪਣੀ ਨਿੱਜੀ ਜਾਇਦਾਦ ਕਰਾਉਣ ਦੀ ਖਾਤਰ ਨਹੀਂ। ਸ਼ੀਸ਼ ਕਾਹਦੇ ਵਾਸਤੇ ਦਿੰਦਾ, ਕਾਹਦੇ ਵਾਸਤੇ ਬਲੀਦਾਨ ਦਿੰਦਾ? ਇੱਕ ਬ੍ਰਾਹਮਣ ਦੇ ਧਰਮ ਨੂੰ ਬਚਾਉਣ ਦੀ ਖਾਤਰ। ਜੋ ਬੋਲੇ ਸੋ ਨਿਹਾਲ। ਸ੍ਰੀ ਅਕਾਲ। ਇੱਕ ਬ੍ਰਾਹਮਣ ਦੇ ਧਰਮ ਨੂੰ ਬਚਾਉਣ ਦੀ ਖਾਤਰ ਦਿੱਲੀ ਚਾਂਦਨੀ ਚੌਕ ਦੇ ਵਿੱਚ ਜਾ ਕੇ ਮੈਂ ਸੀਸ ਦਿੱਤਾ। ਦੇਖੋ ਜਾ ਕੇ ਅੱਜ ਉੱਥੇ ਦਿੱਲੀ ਬੜਾ ਇਤਿਹਾਸਕ ਗੁਰਦੁਆਰਾ, ਬਹੁਤ ਇਤਿਹਾਸ ਉਹਦੇ ਨਾਲ ਜੁੜੇ, ਬਹੁਤ ਆਸਤੇ। ਜਿੱਥੇ ਮਹਾਰਾਜ ਨੂੰ ਰੱਖਿਆ ਸੀ ਰਾਤ ਨੂੰ ਵੀ ਭਾਜੂਗਾ, ਭੂਤਾਂ ਵਾਲਾ ਕਮਰਾ ਵੀ ਉੱਦਾਂ ਹੀ ਆ, ਉੱਥੇ ਦਿਓ ਰਹੇ ਤੇ ਬੜੇ ਬੜੇ ਭੂਤ ਰਹੇ ਤੇ ਬੜੇ ਬੜੇ।
ਅਜੇ ਉਦਾਂ ਹੀ ਆ, ਉੱਥੇ ਬਣਿਆ ਦਿੱਲੀ। ਜਾ ਕੇ ਚਾਂਦੀ ਚੌਕ ਸ਼ੀਸ਼ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ। ਤਾਂ ਫਿਰ 9 ਸਾਲ ਦੀ ਉਮਰ ਬਾਲ ਅਵਸਥਾ, ਸਾਰੀ ਜ਼ਿੰਮੇਵਾਰੀ ਗੱਦੀ ਦੀ, ਘਰ ਦੀ, ਉਹਨਾਂ ਦੇ ਹੱਕ ਪੈ ਗਈ ਸੱਤ। ਉਹਨਾਂ ਨੇ ਜਨਮ ਅਵਤਾਰ ਜਿਹੜਾ ਪਟਨਾ ਸਾਹਿਬ ਦੇ ਵਿੱਚ ਲਿਆ ਸੀ, ਉਹ ਕਿਸੇ ਜੁਰਮ ਨੂੰ ਮਿਟਾਉਣ ਦੀ ਖਾਤਰ ਲਿਆ ਸੀ। ਉਹਨਾਂ ਨੇ ਜਨਮ ਲਿਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਹਿੰਦ ਦੇ ਬ੍ਰਾਹਮਣਾਂ ਦੇ ਧਰਮ ਨੂੰ ਬਚਾਉਣ ਦੀ ਖਾਤਰ। ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਨਮ ਇਹਨਾਂ ਦੇ ਧਰਮ ਨੂੰ ਬਚਾਉਣ ਦੀ ਖਾਤਰ ਲਿਆ ਸੀ। ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਦਿੱਲੀ ਤੱਕ ਤੋਂ ਹੁਕਮ ਕਰਤਾ, ਜਾਓ ਲੁੱਟ ਲਓ ਘਰ, ਧੀਆਂ ਭੈਣਾਂ ਲੁੱਟ ਲਓ, ਹਿੰਦੂਆਂ ਦੀਆਂ ਲੁੱਟੀਆਂ, ਬੇਇੱਜ਼ਤ ਕੀਤੀਆਂ, ਪਰ ਉਹਨਾਂ ਨੂੰ ਬਚਾਉਣ ਦੀ ਖਾਤਰ ਜਿਹੜੇ ਕਸੂਰਬਾ ਉੱਠਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ। ਜੋ ਬੋਲੇ ਸੋ ਨਿਹਾਲ। ਉੱਠਿਆ ਸੀ ਸੂਰਬਾ, ਉਹਨੂੰ ਬਚਾਉਣ ਦੀ ਖਾਤਰ। ਫਿਰ 9 ਸਾਲ ਦੀ ਉਮਰ ਦੇ ਵਿੱਚ ਇੱਕ ਅਮਰ ਕਸੇ ਕਾਸਰੇ ਫਿਰ ਉਹਦਾ ਧਰਮ ਬਚਾਇਆ ਕਸ਼ਮੀਰ ਦੇ ਬ੍ਰਾਹਮਣਾਂ ਦਾ। ਸਾਡੇ ਡੁੱਬੇ ਜਾਂਦੇ ਧਰਮ ਨੂੰ ਵਿਚਾਰੋ ਗੁਰੂ ਜੀ, ਸਾਡੇ ਡੁੱਬੇ ਜਾਂਦੇ। ਇਹ ਵਰਜੀ ਕਰੇ ਕਿਰਪਾ ਦਾਸ ਬ੍ਰਾਹਮਣ। ਹੁਣ ਇੱਧਰ 7 ਸਾਲ ਦੀ ਉਮਰ, ਸਾਰੀ ਉਹ 7 ਸਾਲ ਦੀ ਉਮਰ ਦਾ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਆਨੰਦਪੁਰੀ ਸਾਹਿਬ ਦੇ ਵਿੱਚ ਇੱਕ ਨਗਰ ਦੇ ਪਿੱਛੇ ਜਿਹੇ ਪਹਾੜਾਂ 'ਚ 11 ਕੋਸੇ, ਉੱਥੋਂ ਤੁਰ ਕੇ ਆਉਣਾ, ਗੁਰੂ ਤੇਗ ਬਹਾਦਰ ਨਾਲ ਦਰਸ਼ਨ ਕਰਨਾ, ਉਹਨਾਂ ਦਾ ਦੀਵਾਨ ਸੁਣਨਾ, ਔਰ ਜੋ ਮਾਤਾ ਪਿਤਾ ਨੇ ਕਰਨਾ ਉਹੀ ਸੇਵਾ ਕਰਨੀ। ਜੇ ਮਾਤਾ ਪਿਤਾ ਨੇ ਜੋੜੇ ਦੀ ਸੇਵਾ ਕਰਨੀ, ਜੋੜੇ ਦੀ ਸੇਵਾ ਕਰਨੀ। ਜੇ ਝਾੜੂ ਦੀ ਸੇਵਾ ਕਰਨੀ, ਝਾੜੂ ਦੀ ਸੇਵਾ ਕਰਨੀ। ਜੇ ਜੂਠੇ ਬਾਤਾਂ ਦੀ ਸੇਵਾ ਕੀਤੀ, ਤਲਕ ਦੇ ਵਿੱਚ ਜਾ ਕੇ ਜੂਠੇ ਬਾਤਾਂ ਦੀ ਸੇਵਾ ਕਰਨੀ। 7 ਸਾਲ ਦਾ ਬੱਚਾ, ਉਹਦਾ ਜਿਹੜਾ ਇਹ ਵਸਤਰ ਸੀ ਨਾ ਪਿੱਛੋਂ ਸਾਫ਼ ਹੋਇਆ ਸੀ, ਜਿਹੜਾ ਆਪਾਂ ਨੇ ਪਹਿਲਾਂ ਕਹਿ ਰਿਹਾ ਜਨ ਜਨ ਕੀ ਮਨ ਲੱਗੀ ਮਨ ਕਾਲਾ ਹੁਆ ਸਵਾਹ। ਉਹ ਪਿੱਛੋਂ ਸਾਫ਼ ਸੀ ਵਸਤਰ, ਰੰਗ ਇੱਕ ਦਬੇ ਰੰਗ ਦੇਸ਼ ਦਾ ਚੜ੍ਹ ਜਾਂਦਾ। ਅਸੀਂ ਦੇਖਦੇ ਹਾਂ ਜਿਹੜੀ ਆਤਮਾ ਸਾਡੇ ਕੋਲ ਆਉਂਦੀ ਹੈ, ਉਹਦਾ ਸਭ ਕੁਝ ਦੇਖੀਦਾ, ਸੰਸਕਾਰ ਦੇਖੀਦੇ ਨੇ, ਕਿੰਨੇ ਕੁ ਪਿਛਲੇ ਸਾਫ਼ ਨੇ, ਕਿੰਨੇ ਕੁ ਸਾਫ਼ ਹੋਣ ਵਾਲੇ ਨੇ, ਕਿੰਨੀ ਮੁਸ਼ੱਕਤ ਦੇ ਸਾਫ਼ ਕਰਨ ਨੂੰ ਲੱਗੂਗੀ। ਪਰ ਇਹ ਵੀ ਮੰਜ਼ਲ ਕੋਈ ਇੰਨੀ ਸਕਾਲੀ ਨਹੀਂ ਹੈ, ਇਹ ਬੜੀ ਔਖੀ ਹੈ। ਸਾਧੂ ਸੰਤ ਮਹਾਤਮਾ ਜਿਹੜੇ ਹੋਏ ਜਾਂ ਅੱਜ ਹੈਗੇ ਨੇ ਜਾਂ ਹੋਣਗੇ, ਉਹ ਜਿਹੜੇ ਕਮਾਈ ਵਾਲੇ ਮਹਾਂਪੁਰਸ਼ ਆਪ ਕਮਾਈ ਕਰਦੇ ਨੇ, ਆਪ ਤਰਦੇ ਨੇ, ਹੋਰਾਂ ਨੂੰ ਵੀ ਤਾਰਦੇ ਨੇ, ਉਹ ਨਾਲ ਹੋਰਾਂ ਨੂੰ ਵੀ ਤਾਰ ਕੇ ਲੈ ਕੇ ਜਾਂਦੇ ਨੇ ਨਾਲ। ਜਿਹੜੀਆਂ ਰੂਹਾਂ ਟੁੱਟੀਆਂ ਹੁੰਦੀਆਂ ਨੇ ਜਨਮ ਜਨਮਾਂਤਰ ਦੇ, ਇੱਥੇ ਆ ਕੇ ਜੋੜਦੇ ਨੇ। ਅੱਜ ਵੀ ਸਾਧੂ ਜੋੜ ਰਹੇ ਨੇ, ਅੱਜ ਵੀ ਸਾਧੂ। ਹੁਣ ਗੁਰਮੁਖੋ ਸੇਵਾ ਕੀਤੀ ਉਹਨਾਂ ਨੇ, ਕਾਫੀ ਸਮਾਂ ਸੇਵਾ ਕਰਦੇ ਰਹੇ। ਇੱਕ ਦਿਨ ਮਨ ਦੇ ਵਿੱਚ ਤੀਵੀਂ ਮਾਲਕ ਨੇ ਬਚਨ ਕੀਤੇ, ਗੁਰੂ ਤੇਗ ਬਹਾਦਰ ਮਹਾਰਾਜ ਆਪ ਜੀ ਇਹ ਕਿਰਪਾ ਕਰੋ, ਬਾਲ ਬੱਚੜਦਾਰ ਹਾਂ, ਪਿੱਛੇ ਖੇਤੀਬਾੜੀ ਵੀ ਹੈ, ਕੁਛ ਕੰਮ ਵੀ ਕਰਨੇ, ਜੇ ਆਪ ਜੀ ਆਗਿਆ ਦਵੋ
ਕੁਛ ਸਮੇਂ ਬਾਅਦ ਅਸੀਂ ਫੇਰ ਆ ਜਾਵਾਂਗੇ। ਸੇਵਾ ਚੱਲਦੀ ਜਿਹੜੀ, ਅਸੀਂ ਆਉਂਦੇ ਰਹਿਣਾ, ਤੁਸੀਂ ਨਾਮ ਜਪਦੇ ਰਹਿਣਾ, ਅਸੀਂ ਨਾਮ ਜਪਦੇ ਰਹਿਣਾ। ਆਗਿਆ ਲੈ ਲਈ। ਹੁਣ ਜਦੋਂ ਆਪਣੇ ਕਮਰੇ ਵਿੱਚੋਂ ਸਮਾਨ ਚੱਕ ਕੇ ਉਹ ਤੀਵੀਂ ਮਾਲਕ ਤਿਆਰੀ ਕਰਦੇ ਨੇ ਆਪਣੇ ਨਗਰ ਨੂੰ ਜਾਣ ਦੀ, ਉਹ 7 ਸਾਲ ਦਾ ਬੱਚਾ ਜਿਵੇਂ ਬਾਦਰੀ ਦੇ ਬੱਚਿਆਂ ਦੇਖਿਆ ਭਾਰਸੋ ਵੀਡ ਦੇ ਵਿੱਚ ਐਂ ਗਲ ਬੱਕਰੀ ਪਾਈ ਫਿਰਦੇ ਹੁੰਦੇ ਆਪਣੀ ਮਾਂ ਨੂੰ, ਛੋਟੇ ਛੋਟੇ ਬੱਚੇ, ਉਹਨੇ ਵੀ ਗਲ ਬੱਕਰੀ ਪਾ ਲਈ। ਉਹ ਜਾਂਦਾ ਨਹੀਂ, ਅੱਖਾਂ ਪੱਕ ਗਈਆਂ ਵਿਚਾਰੇ ਦੀਆਂ, ਮੈਂ ਨਹੀਂ ਜਾਣਾ, ਬੜੇ ਲਾਲਚ ਦਿੰਦੇ ਨੇ, ਮੈਂ ਨਹੀਂ ਜਾਣਾ, ਤੈਨੂੰ ਆਹ ਲੈ ਕੇ ਦੇਵਾਂਗੇ, ਆਪਾਂ ਫੇਰ ਆ ਜਾਵਾਂਗੇ। ਸਤਿਕਾਰ ਮੈਂ ਨਹੀਂ ਆਉਣਾ, ਮੈਂ ਤਾਂ ਆਪਣੇ ਗੁਰੂ ਦੇ ਚਰਨਾਂ ਵਿੱਚ ਹੀ ਰਹਿਣਾ। ਹੁਣ ਗੁਰਮੁਖੋ ਬਚਨ ਚੱਲਦੇ ਰਹੇ, ਬਚਨ ਚੱਲਦੇ ਰਹੇ, ਬਚਨ ਚੱਲਦੇ ਚੱਲਦੇ ਕਿਤੇ ਨੇਤਰ ਖੁੱਲੇ, ਗੁਰੂ ਤੇਗ ਬਹਾਦਰ ਮਹਾਰਾਜ ਦੀ ਨਿਗਾਹ ਪਈ। ਉਹ ਜਾਂਦੇ ਨੇ, ਬੱਚਾ ਪਿੱਛੇ ਉਹਦੇ ਲੱਤਾਂ ਚੁੱਪੜਦਾ, ਉਹਨੂੰ ਘੜੀਸੀ ਜਾਂਦੇ ਨੇ ਵਿਚਾਰੇ ਨੂੰ, ਉਹ ਜਾਂਦਾ ਨਹੀਂ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਸੇ ਨੂੰ ਭੇਜਿਆ, ਉਹ ਦੇਖੋ ਭਾਈ ਕੀ ਗੱਲ ਆ, ਉਹ ਬੱਚੇ ਰੋਂਦੇ ਦੀ ਆਵਾਜ਼ ਆਉਂਦੀ ਹੈ। ਇੱਕ ਦੋ ਹੋਰ ਵੀ ਗੁਰਮੁਖ ਖੜ੍ਹ ਕੇ ਕੋਲੇ, ਉਹ ਜਿਸ ਨੂੰ ਦੇਖ ਕੇ ਜਾਓ, ਜਾ ਕੇ ਦੇਖੋ, ਜੇ ਬੱਚਾ ਰੋਂਦਾ ਉਹਨੂੰ ਸਾਡੇ ਕੋਲ ਲੈ ਕੇ ਆਓ। 7 ਸਾਲ ਦਾ ਬੱਚਾ, 7 ਸਾਲ ਦਾ ਦੇਖੋ। ਲੈ ਆਉਂਦਾ, ਗੁਰੂ ਤੇਗ ਬਹਾਦਰ ਮਹਾਰਾਜ ਚਰਨਾਂ ਚ ਆ ਕੇ ਮਾਂ ਬਾਪ ਵੀ ਆ ਗਿਆ, ਆਪ ਵੀ ਆ ਗਿਆ, ਨਮਸਕਾਰੀ ਕੀਤੀ, ਬੈਠ ਗਏ। ਹੁਣ ਜਦੋਂ ਬੈਠੇ, ਮਾਤਾ ਪਿਤਾ ਦਾ ਹੱਥ ਜੋੜ ਕੇ ਇਸ ਤਰ੍ਹਾਂ ਐਂ ਬੈਠ ਕੇ ਖਿੱਚ ਕੇ, ਉਹ 7 ਸਾਲ ਦਾ ਬੱਚਾ ਜਿਹੜਾ ਨਾ, ਉਹਨੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਫੜ ਲਏ। 7 ਸਾਲ ਦੇ ਬੱਚੇ ਨੇ। ਸੱਤ ਸਾਲ ਦੇ ਬੱਚੇ ਜੋ ਚਰਨ ਫੜੇ, ਨਾਲੇ ਰੋਂਦਾ, ਇੰਝੂ ਆਉਂਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ, ਨਾਲੇ ਆਹ ਬੇਨਤੀਆਂ ਕਰਦਾ, ਇਸ ਤਰ੍ਹਾਂ ਪੜੋ ਸਾਧ। ਚਰਨੀ ਲੱਗਿਆ ਵੀ ਤੋੜਨ ਵਾਦੀ, ਤੋੜਨ ਵਾਦੀ, ਹੁਣ ਚਰਨੀ ਲੱਗਿਆ ਵੀ ਤੋੜਨ ਵਾਦੀ, ਤੋੜਨ ਵਾਦੀ।
ਨਿਭਾਵੀ ਤੋੜ ਨਿਭਾਵੀ ਤੋੜ ਚਰਨੀ ਲਗਿਆਵੀ ਤੋੜ ਨਿਭਾਵੀ ਤੋੜ ਨਿਭਾਵੀ ਚਰਨੀ ਲਗਿਆਵੀ ਉਹ ਤਾਂ ਨੇਤਰਾਂ ਚੋਂ ਨੀ ਜਾਂਦਾ, ਮਾਤਾ ਪਿਤਾ ਇਹ ਤਾਂ ਖੜੇ ਨੇ। 7 ਸਾਲ ਦਾ ਬੱਚਾ ਆਪਣੇ ਮਾਂ-ਬਾਪ ਦੇ ਨਾਲ ਸੇਵਾ ਕਰਨ ਆਉਂਦਾ ਆਨੰਦਪੁਰੀ ਇੱਕ ਪਿੰਡ ਦੇ ਵਿੱਚੋਂ, ਆਨੰਦਪੁਰੀ ਸਾਹਿਬ ਰੋ ਉਹਨੇ ਚਰਨ ਫੜ ਲਏ ਗੁਰੂ ਤੇਗ ਬਹਾਦਰ ਮਹਾਰਾਜ ਦੇ। ਕਹਿੰਦਾ ਪਾਤਸ਼ਾਹ ਕਿਤੇ ਇੱਕ ਜੰਗ ਨਹੀਂ ਲੱਗੀ ਹੁੰਦੀ, ਕਈ ਜੰਗਾਂ ਲੱਗੀਆਂ ਹੁੰਦੀਆਂ ਨੇ, ਤੋੜ ਲਵਾਦੀ ਹੁਣ ਨਾ ਵਿਛੋੜਦੀ, ਹੁਣ ਨਾ ਵਿਛੋੜਦੀ, ਹੁਣ ਨਾ ਵਿਛੋੜਦੀ, ਹੁਣ ਨਾ ਨਿਭਾਦੀ ਤੋੜ। ਜਦੋਂ ਇੰਨੇ ਬੱਚੇ ਕੀਤੇ ਗੁਰੂ ਤੇਗ ਬਹਾਦਰ ਵਾਲਾ ਚੱਕ ਕੇ ਬੱਚੇ ਨੂੰ ਸਾਥੀ ਨਾਲ ਲਾ ਲਿਆ। ਜੋ ਬੋਲੇ ਸੋ ਨਿਹਾਲ। ਇੱਕ ਗੁਰਸਿੱਖ ਤੀਰ ਵਾਲੇ, ਗੁਰਸਿੱਖ ਤਾਂ ਗੁਰੂ ਨੂੰ ਇੰਨਾ ਪਿਆਰਾ ਹੁੰਦਾ, ਪਰ ਗੁਰਸਿੱਖ ਹੋਵੇ ਉਹ ਗੁਰਸਿੱਖ ਦਾ ਗੁਰੂ ਨੂੰ ਇੰਨਾ ਪਿਆਰਾ ਹੁੰਦਾ, ਉਹਨੂੰ ਸਭ ਨੂੰ ਪਿਆਰਾ ਗੁਰਸਿੱਖ ਹੁੰਦਾ, ਗੁਰੂ ਆਉਂਦਾ। 2 ਚੀਜ਼ਾਂ ਹੀ ਦੱਸਿਆ, ਗੁਰੂ ਨੂੰ ਗੁਰੂ ਦਾ ਸਿੱਖ ਪਿਆਰਾ, ਮਾਂ ਨੂੰ ਆਪਣਾ ਪੁੱਤ ਪਿਆਰਾ। ਦੱਸਿਆ ਵੀ ਇਸ ਤਰ੍ਹਾਂ, ਆਪਾਂ ਲਾਉਣੇ ਵੀ ਨਹੀਂ ਧਾਰਨਾ ਇਸ ਤਰ੍ਹਾਂ ਪੜੋ ਸਾਧ ਪਿਆਰੇ ਮਾਤਾ ਯਾਦ ਨਾ ਰੱਖਦੀ, ਅਬ ਗੁਣ ਪੁੱਤਰਾਂ ਦੇ। ਪਿਆਰੇ ਮਾਤਾ ਯਾਦ ਨਾ ਰੱਖਦੀ, ਅਬ ਗੁਣ ਪੁੱਤਰਾਂ ਦੇ।
ਮਾਤਾ ਵੀ ਨਹੀਂ ਯਾਦ ਰੱਖਦੀ, ਗੁਰੂ ਵੀ ਨਹੀਂ ਬਦਲ ਸਕਦਾ, ਇੱਕ ਹੁੰਦੇ ਨੇ। ਪਰ ਅੱਜ ਫਰਕ ਪੈਂਦਾ ਜਾਂਦਾ ਕਰ ਜੋ ਨਾ ਉਹ ਜੇ ਗੁਰੂ ਨੇ ਨਾ ਚੇਲੇ ਹੀ ਰਹੇ ਨੇ। ਮੈਂ ਜਦੋਂ ਨਿਮਸ਼ਕਾਰੀ ਕਰਕੇ ਮਾਤਾ ਦੇ ਚਰਨਾਂ ਦੇ ਵਿੱਚ ਆਪਣੇ ਘਰ ਨੂੰ ਦਿੱਤੀਆਂ 3 ਪ੍ਰਕਰਮਾਂ, ਮੈਂ ਆਪਣਾ ਪਰਿਵਾਰ ਛੱਡਿਆ, ਰਹੜੇ ਬਣ ਗਿਆ। 7.5 ਸਾਲ ਮੇਰਾ ਪਤਾ ਹੀ ਨਹੀਂ ਲੱਗਿਆ। 7.5 ਸਾਲ ਮੇਰਾ ਪਤਾ ਹੀ ਨਹੀਂ ਲੱਗਿਆ, ਮੈਨੂੰ ਭਾਲਦੇ ਫਿਰੀ ਗਏ। ਕਿਉਂ? ਮਾਂ ਦਾ ਜਿਹੜਾ ਹਿਰਦਾ ਹੁੰਦਾ ਉਹ ਮਾਂ ਦਾ ਹਿਰਦਾ ਹੁੰਦਾ ਹੈ। ਉਹਦੀ ਮਮਤਾ, ਕਦੇ ਅੰਮ੍ਰਿਤਸਰ ਜਾਓ, ਕਦੇ ਅਨੰਦਪੁਰੀ ਦੇਖ ਕੇ ਆਓ, ਕਦੇ ਕਿਤੇ ਦੇਖ ਕੇ ਆਓ। 7.5 ਸਾਲ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਫਿਰਦੇ ਰਹੇ ਭਾਲਦੇ। 7.5 ਸਾਲ ਤੋਂ ਬਾਅਦ ਦਾ ਲੱਭਿਆ ਰਾੜੇ 'ਚੋਂ, ਚੂੜਾ ਪਾਇਆ, ਨਾਲੀਆਂ ਸਾਫ਼ ਕਰਦਾ। ਨਾਲੀਆਂ ਜਿੱਥੇ ਸਰੋਵਰ ਆਉਣ ਉੱਥੇ ਖੂਹੀ ਹੁੰਦੀ ਸੀ, ਰਾੜੇ ਟਿੰਡਾ ਵਾਲੀ। ਪਾਣੀ ਨਿਕਲ ਕੇ ਉੱਥੋਂ ਜਾਂਦਾ ਹੁੰਦਾ ਸੀ ਭੋਰੇ ਕੋਲ ਦੀ ਘਲਾੜੀ ਦੇ ਬੋਰਡ ਤੱਕ, ਬਾਹਰ ਤੱਕ ਕੱਢਿਆ ਸੀ ਪਾਣੀ। ਉੱਥੇ ਤੱਕ ਦੀ ਸੇਵਾ ਕਰਨ ਲਾਤਾ ਮਹਾਂਪੁਰਸ਼ਾਂ ਨੇ। ਇਹ ਬਹੁਤ ਕੁ ਕਰਾਉਂਦੇ ਨੇ ਰੱਬ ਦੇ ਪੈਰੇ ਜਦੋਂ ਬਣਾਉਣਾ ਹੁੰਦਾ, ਜੇ ਬਣਨਾ ਹੁੰਦਾ ਤਾਂ ਸਾਧ ਸੰਗਤ ਉਹਨੂੰ ਮਾਤਾ ਪਿਤਾ ਦੇ ਵਿਚਾਰੇ ਰੋਂਦੇ ਹੀ ਨੇ। ਉਹ 7 ਸਾਲ ਦਾ ਬੱਚਾ ਪੈਰ ਫੜ ਕੇ ਚੱਲ ਫੜ ਕੇ ਕਹਿੰਦਾ ਹੁਣ ਤਾਂ ਨਿਭਾ ਦੀ, ਮਸਾ ਲੱਭਿਆ ਤੂੰ, ਕਈ ਜਨਮ ਹੋ ਗਏ। ਤਾਂ ਸਾਧ ਸੰਗਤ ਇਹ ਜਨਮ ਦੇ ਭਾਈ ਖੇਡਾਂ ਹੁੰਦੇ ਨੇ, ਇੱਕ ਜਨਮ ਦੀ ਵਾਸਤਾ ਨਹੀਂ ਹੁੰਦੀ ਹੈ। ਕਿ ਕਹਿੰਦੇ ਬਾਪ, ਕਿ ਕਹਿੰਦੇ ਪੂਤ, ਕਿ ਕਹਿੰਦੇ ਗੁਰੂ, ਕਿ ਕਹਿੰਦੇ ਚੇਲੇ, ਬਾਣੀ ਵਿੱਚ ਲਿਖਿਆ ਹੋਇਆ। ਇਸ ਤਰ੍ਹਾਂ ਨਾਮ ਜਪੋ, ਸਿਮਰਨ ਕਰੋ, ਭਜਨ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਦੇ ਉਹ ਜਿਹੜੀ ਆਪਾਂ ਸਾਖੀ ਸੁਣਾ ਦੀ, ਪਹਾੜੀ ਰਾਜੇ ਨੇ ਦਿਲ ਸਾੜ ਕੇ ਮਰੀ ਦਿੱਤੀ। ਇਹ ਬੇਟਾ 7 ਸਾਲ ਦਾ ਬੱਚਾ ਸੀ। ਇਹ ਕੌਣ ਬਣਿਆ, ਕੌਣ ਸੀ ਇਹ? ਇਹ ਬੜਾ ਹੋ ਕੇ ਬੜਾ ਭਾਈ ਘਨੱਈਆ ਜੀ। ਸੁਣਿਆ ਉਹ ਭਾਈ ਘਨੱਈਏ ਦੀ ਸੇਵਾ ਸੁਣਨਾ। ਭਾਈ ਘਨੱਈਏ ਨੇ ਕਿੰਨੀ ਸੇਵਾ ਕੀਤੀ, ਜਵਾਨੀ ਵਿੱਚ ਵੀ, ਬੁਢੇਪੇ ਵਿੱਚ ਵੀ। ਉਹਦਾ 7 ਸਾਲ ਵਿੱਚ ਵੀ ਇਹ ਕਿਤੇ ਇੱਕਾ ਜਨਮ ਦੀਆਂ ਖੇਡਾਂ ਦੀ ਕਮਾਈਆਂ ਨਹੀਂ ਹੁੰਦੀਆਂ। ਉਹ ਪਹਿਲਾਂ ਰੱਬ ਦੇ ਪੈਰੇ ਪਛਾੜ ਜਾਂਦੇ ਹੁੰਦੇ ਨੇ। ਅਤੇ ਉਹ ਭਾਈ ਘਨੱਈਆ ਜੀ ਬਣੇ, ਜਿਹੜੇ 7 ਸਾਲ ਦੇ ਵਿੱਚ ਹੀ ਬਰਾਗ ਲੱਗ ਗਏ ਵਿਚਾਰਿਆਂ ਨੂੰ। ਆਪਣੇ ਮਾਂ ਬਾਪ ਦੇ ਨਾਲ ਜਾਣ ਲੱਗ ਗਏ ਤੇ ਤੇਗ ਬਹਾਦਰ ਵਾਲੇ ਚਰਨਾਂ 'ਚ ਅਨੰਦਪੁਰ ਸਾਹਿਬ ਦੇ ਵਿੱਚ। ਤੋ ਭਾਈ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ। ਸਭਾ ਹੋ ਗਿਆ ਅਤੇ ਆਪਾਂ ਨੇ ਸਭਾ ਵੱਧੇ ਲਾਤਾ। ਚਲੋ ਕੋਈ ਨਹੀਂ, ਆਪਾਂ ਕਿਹੜਾ ਕਿਸੇ ਨੂੰ ਗਾਲਾਂ ਕੱਢਦੇ ਤੇ ਨਾ, ਰੱਬ ਦੀ ਉਸਤੇ ਕਰਦੇ। ਜੇ ਲੱਗ ਗਿਆ ਵੱਧ ਬਾਹਰ ਆ ਕੇ ਹੋਰ ਉਸਤੇ ਕਰ ਲਈ 2 ਘੜੀ, ਆਪਾਂ ਨੇ ਲੇਖੇ ਵਿੱਚ ਪੈ ਜੂਗੀ। ਕਈਆਂ ਦੇ ਮਨ ਕਾਲੇ ਪੈਣ ਲੱਗ ਜਾਂਦੇ ਨੇ। ਉਹ ਮਨ ਕਾਲੇ ਨਾ ਪਾਇਆ ਕਰੋ ਨਾ। ਜਦੋਂ ਬੈਠ ਕੇ ਨਾ ਚੌਕੜਾ ਮਾਰ ਕੇ ਬਸ ਫਿਰ ਉੱਥੇ ਜੰਮ। ਆਹ ਦੇਖੋ ਮੇਰਾ ਚੌਕੜਾ ਮਾਰਿਆ ਹੋਇਆ। ਮੈਨੂੰ ਚਾਹੇ ਤੁਸੀਂ 7 ਦਿਨ 7 ਰਾਤਾਂ ਇੱਦਾਂ ਹੀ ਬਿਠਾਈ ਰੱਖੋ, ਚਰਬਾ ਕਰ ਲਓ, ਗੱਲ ਨਾ ਕਰ ਲਓ। ਇੱਥੋਂ ਮੈਂ ਕੋਈ ਡਿੱਗ ਨਹੀਂ ਪੜਦਾ। ਆ ਬਾਜੇ ਕਰਕੇ ਮਾੜਾ ਜਿਹਾ ਹਿੱਲਦਾ, ਮੈਂ ਹਿੱਲਦਾ ਵਧੀਆ। ਇੱਦਾਂ ਬੈਠਾ ਰਹੂ ਜਿਹੜੇ ਚੌਕੜੇ 'ਚ ਬੈਠਾ। ਇੰਨੀ ਜਿਹੜੀ ਮਹਾਰਾਜ ਦੀ ਪਕੜ ਕਰਾਈ ਹੋਈ ਆ, ਬਹੁਤ ਪਕੜ ਕਰਾਤੀ ਮਹਾਂਪੁਰਸ਼ਾਂ ਨੇ, ਬੜੀ ਕਿਰਪਾ ਹੋ ਗਈ। ਤਾਂ ਭਾਈ ਨਾਮ ਜਪੋ, ਨਾਮ ਜਪਾਵੋ। ਕਿਸੇ ਦੀ ਨਿੰਦਿਆ ਨਾ ਕਰੋ, ਕਿਸੇ ਦੀ ਚੁਗਲੀ ਨਾ ਕਰੋ। ਕੋਈ ਮਰਜ਼ੀ ਆਪਣਾ ਕਰੀ ਜਾਵੇ, ਆਪਣਾ ਰਸਤਾ ਨਾ ਛੱਡੋ। ਹਾਥੀ ਤੁਰਿਆ ਜਾਂਦਾ ਅਤੇ ਕੁਆਤੀ ਜਾਂਦਾ ਨਾ ਤੁਰਿਆ, ਕਿੰਨੇ ਕੁੱਤੇ ਭੌਂਕਦੇ ਹੁੰਦੇ ਨੇ।
ਕੋਈ ਕੋਠੇ 'ਤੇ ਚੜ੍ਹ ਕੇ ਭੌਂਕਦਾ, ਕੋਈ ਕੰਧ 'ਤੇ ਚੜ੍ਹ ਕੇ ਭੌਂਕਦਾ, ਕੋਈ ਕਮਰੇ 'ਚ ਬੰਨਿਆ ਭੌਂਕਦਾ। ਹਾਥੀ ਆਪਣੀ ਚਾਲ ਚਲਾ ਜਾਂਦਾ, ਕੋਈ ਬੁਰਾ ਨਹੀਂ ਸਮਝਦਾ, ਉਹ ਦੇਖਦਾ ਵੀ ਨਹੀਂ ਆਲਾ ਦੁਆਲਾ। ਇਸ ਤਰ੍ਹਾਂ ਹਾਥੀ ਦੀ ਚਾਲ ਚੱਲੇ ਚਲੋ ਬਸ। ਇਹ ਜੇ ਪੈਂਡਾ ਸੁਣਨੇ ਪਾਰ ਕਰਦਾ। ਜੇ ਹਾਥੀ ਚਾਲ ਨਾ ਚੱਲੇ ਇੱਧਰ ਉੱਧਰ ਦੇਖਣ ਲੱਗੇ ਫਿਰ ਤਾਂ ਜੀ ਫਲਾਣਾ ਮੈਨੂੰ ਮੈਂ ਕਹਿੰਦਾ, ਚਮਕਾ ਮੈਨੂੰ ਉਹ ਕਹਿੰਦਾ, ਇਹਨਾਂ ਵਿੱਚ ਉਲਝ ਜਾਓਗੇ। ਆਪਾਂ ਨੇ ਇਹਨਾਂ ਵਿੱਚ ਨਹੀਂ ਉਲਝਣਾ ਹੈ। ਤੁਹਾਨੂੰ ਬੜੀ ਮਾਨਸੇਹੀ ਮਿਲੀ ਹੈ, ਮਾਨਸੇਹੀ ਦਾ ਲਾਹਾ ਕੱਟੋ ਔਰ ਐਸਾ ਲਾਹਾ ਕੱਟੋ ਲੋਕ ਤੇ ਲੋਕ ਸੇਵਾ ਕਰ ਲਓ। ਆਈ ਪੰਚਵੀਂ ਦਿਹਾੜਾ ਇੱਥੇ ਭਰਦਾ ਭਰਦਾ ਰਹੂਗਾ। ਛੋਟੀ ਛੋਟੀ ਵਸਤੂ ਤੋਂ ਬੜੀ ਵਰਦੀ ਹੁੰਦੀ ਆ। ਕਿਤੇ ਪਹਿਲੇ ਮਹਿਲ ਨਹੀਂ ਪਾਏ ਜਾਂਦੇ ਹੁੰਦੇ, ਨਹੀਂ ਨਹੀਂ, ਜਿਹੜੇ ਪਹਿਲਾਂ ਮਹਿਲ ਪਾਏ ਜਾਂਦੇ ਨੇ ਉਹ ਰਹਿੰਦੇ ਵੀ ਨਹੀਂ ਹੁੰਦੇ ਕਦੇ। ਉਹ ਜਿੰਨੀ ਛੇਤੀ ਬਣਦੇ ਨੇ ਉਨੀ ਛੇਤੀ ਖਤਮ ਹੋ ਜਾਂਦੇ ਨੇ। ਜਿਹੜੀ ਚੀਜ਼ ਹੌਲੀ ਹੌਲੀ ਬਣੇ ਔਰ ਜਿਹੜੀ ਚੀਜ਼ ਕੱਚੇ ਤੋਂ ਪੱਕੇ ਬਣੇ, ਜਿਹੜੀ ਚੀਜ਼ ਮਿਹਨਤ ਕਰਕੇ ਬਣੇ ਉੱਥੇ ਰਹਿੰਦੀ ਹੈ। ਪਰ ਆਪਣੀ ਵਸਤਾ ਬਣਾਓ, ਮੇਰੀ ਪਰਵਾਹ ਨਾ ਸਮਝੋ, ਆਪਣਾ ਰਸਤਾ ਨਾ ਛੱਡੋ। ਗੁਰੂ ਨਾਨਕ ਕਲਯੁਗ ਦੇ ਅਵਤਾਰ ਨੇ, ਆਪਣੇ ਨਾਲ ਦੇ ਹਰ ਵਕਤ ਫੁੱਲ ਪਾਵਰ ਲੈ ਕੇ ਆਏ ਨੇ। ਇਹਨਾਂ ਦੀ ਸ਼ਕਤੀ ਨੂੰ ਕੋਈ ਬੋਲਣਾ ਜੰਮੇ ਨਹੀਂ ਹੈ, ਪੈਦਾ ਨਹੀਂ ਹੋਇਆ, ਨਾ ਹੋਊਗਾ, ਹੋਣਾ ਵੀ ਨਹੀਂ ਹੈ, ਉਹ ਨਾ ਹੈ ਕੋਈ। ਇਸ ਤਰ੍ਹਾਂ ਇਹ ਮਹਾਂਪੁਰਸ਼ਾਂ ਦਾ ਸਥਾਨ ਆ ਭਾਈ। ਹੁਣ ਗੁਰੂ ਸੂਤਰ ਤੋਂ ਬਾਅਦ ਦੇ ਵਿੱਚ ਮਹਾਰਾਜ ਦਾ ਹੁਕਮਨਾਮਾ ਸਰਵ ਕਰਕੇ ਗੁਰੂ ਦਾ ਲੰਗਰ ਤਿਆਰ ਹੁੰਦਾ, ਗੁਰੂ ਦਾ ਲੰਗਰ ਛਕ ਕੇ ਜਾਣਾ। ਮੈਂ ਕਿਤੇ ਪ੍ਰਸਾਦਾ ਨਹੀਂ ਸਕਦਾ ਹੁੰਦਾ ਸੀ ਦੇਖ ਲਓ ਨਾ। ਆਪ ਮੇਰੇ ਪੁਰਾਣੇ ਸੰਗ ਹੋਊਗਾ ਨਾਲ ਹੈ ਨਹੀਂ ਪੁਰਾਣਾ, ਪੁੱਛ ਲਿਓ। ਮੈਂ 7 ਦਿਨ ਦੀਵਾਨ ਲਾਉਣ ਜਾਣਾ, ਬਾਹਰ ਮੈਂ ਪ੍ਰਸਾਦਾ ਨਹੀਂ ਸਕਦਾ, ਇੱਦਾਂ ਰਹਿੰਦੇ ਭੁੱਖੇ ਪਾਣੀ। ਜੇ ਆ ਕੇ ਪ੍ਰਸਾਦਾ ਛਕਣਾ ਆਪਣੇ ਘਰ ਸਕਦਾ, ਆਪਣੇ ਸਥਾਨ 'ਤੇ ਸਕਦਾ ਸੀ। ਇੱਕ ਪ੍ਰਸਾਦਾ ਮੈਂ ਹੋਣਾ ਇੱਥੇ ਇਹ ਲੰਗਰ ਦੇ ਵਿੱਚ ਛਕਣ ਲੱਗਿਆ ਤਾਂ ਉਹਦੇ ਐਸਾ ਲੱਗ ਰਿਹਾ ਹੈ ਸਤੋਗੁਣੀ ਦਸਾਂ ਰੋਲ ਦੀ ਕਿਰਤ ਦਾ, ਗਰੀਬਾਂ ਦੀ ਕਿਰਤ ਦਾ। ਔਰ ਕੋਈ ਇਹ ਲੰਗਰ ਦੇ ਵਿੱਚ ਕੋਈ ਹਉਮੈ ਵਾਲਾ ਦਾਣਾ ਨਹੀਂ ਪਿਆ ਹੋਇਆ, ਕੋਈ ਹੰਕਾਰ ਵਾਲਾ ਆਟਾ ਨਹੀਂ ਪਿਆ ਹੋਇਆ, ਕੋਈ ਹੰਗਤਾ ਵਾਲੀ ਭਾਜੀ ਨਹੀਂ ਪਈ ਹੋਈ, ਕੋਈ ਲੋਭ ਲਾਲਚ ਵਾਲਾ ਘਿਓ ਨਹੀਂ ਪਿਆ ਹੋਇਆ। ਸਤੋਗੁਣੀ ਆ, ਸਤੋਗੁਣੀ ਇਹ ਖਾਓ ਬਣਦੀ ਬਣਦੀ ਆ। ਅਤੇ ਇਸ ਤਰ੍ਹਾਂ ਸਾਰੇ ਗੁਰੂ ਸਤੋਤਰ ਵਿੱਚ ਆਪਣੇ ਰਸਤਾ ਬਤਰੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ।
जो बोले सो निहाल। ਸੋ ਸ੍ਰੀ ਅਕਾਲ। ਤੂੰ ਠਾਕ